वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी सवेर दी इस ऑनलाइन गुरमत क्लास दे विच जुड़ चुके हो। लड़ीवार धन गुरु नानक साहब जी दे बाल चोज आप जी ने सरवण किते। जो भाई साहब भाई वीर सिंह जी ने गुरु नानक चमत्कार रचित उन्हां दी बहुत वड्डी देन है पंथ नूं, जिहदे विच बड़े प्यार भरियां साखियां धन गुरु नानक साहब जी दियां उन्हां ने दर्ज कीतियां आ। ਉਹਦੇ ਵਿੱਚੋਂ ਆਪ ਜੀ ਨੇ ਬਾਲ ਚੋ ਸਰਵਣ ਕੀਤੇ ਆ। ਭਾਈ ਸਾਹਿਬ ਜੀ ਪਾਸੋਂ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਜਿਹੜੀ ਹੈ ਵੱਧਦੀ ਜਾ ਰਹੀ ਹੈ, ਵੱਡੇ ਹੋ ਗਏ ਨੇ। ਹੁਣ ਸਤਿਗੁਰਾਂ ਦੇ ਜੋ ਕਿਸ਼ੋਰ ਚੋਜ ਭਾਵ ਜਵਾਨੀ ਦੇ ਚੋਜ ਹਨ, ਉਹਦੇ ਬਾਰੇ ਗੱਲਬਾਤ ਚੱਲ ਰਹੀ ਹੈ। ਉਹ ਆਪਾਂ ਅੱਜ ਜਿਹੜਾ ਵਿਚਾਰਨ ਦਾ ਯਤਨ ਕਰਨਾ ਹੈ। ਸੋ ਜਿਵੇਂ ਭਾਈ ਵੀਰ ਸਿੰਘ ਜੀ ਲਿਖਦੇ ਆ, ਉਸੇ ਤਰ੍ਹਾਂ ਹੀ ਦਾਸ ਆਪ ਜੀ ਦੇ ਸਾਹਮਣੇ ਇਹ ਜਿਹੜੀ ਇਤਿਹਾਸ ਜੋ ਹੈ, ਜੋ ਸਾਖੀ ਹੈ, ਉਸੇ ਤਰ੍ਹਾਂ ਹੀ ਪੇਸ਼ ਕਰੇਗਾ। ਕੁਝ ਜਿੱਥੇ ਕ ਪਤਾ ਲੱਗੇ ਕਿ ਇਹ ਸਮਝ ਨਹੀਂ ਆ ਰਹੀ, ਉਸ ਨੂੰ ਫਿਰ ਆਪਣੇ ਢੰਗ ਦੇ ਨਾਲ ਵੀ ਦਾਸ ਬਿਆਨ ਕਰੇਗਾ। ਸੋ ਆਓ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ, ਸਾਰੀ ਸੰਗਤ ਦਾ ਧੰਨਵਾਦ। ਆਓ ਆਪਾਂ ਸਤਿਗੁਰਾਂ ਦੀ ਜੋ ਸਾਖੀ ਹੈ ਉਹ ਸਰਵਣ ਕਰਨ ਦਾ ਯਤਨ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਇੱਕ ਰੱਬੀ ਬਾਲਕਾ ਅਜੀਬ ਰੰਗ ਦੀ ਸਤਿਗੁਰਾਂ ਦਾ ਜਿਹੜਾ ਹੈ ਉਹ ਸਮਾਂ ਬੀਤਦਾ ਹੈ। ਕਦੇ ਸਾਵਧਾਨ ਹੋ ਜਾਂਦੇ ਆ, ਕਦੇ ਹੱਸਦੇ ਆ, ਕਦੇ ਗਾਉਂਦੇ ਆ। ਅਮਰੀ ਸੁੰਦਰਤਾ ਸੋਹਣੇ ਸੋਹਣੇ ਗੀਤਾਂ ਦੇ ਵਿੱਚ ਪ੍ਰਕਾਸ਼ ਪਾਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸੋਹਣੇ ਸੋਹਣੇ ਗੀਤ ਗਾਇਨ ਕਰਦੇ ਆ ਰੱਬ ਦੇ। ਕਦੇ ਬੈਠੇ ਗੋਸ਼ਟਾਂ ਕਰਦੇ ਆ, ਗੋਸ਼ਟਾਂ ਭਾਵ ਵਿਚਾਰ ਚਰਚਾ ਕਰਦੇ ਆ ਰੱਬ ਦੀ। ਕਦੇ ਮਜਲਿਸਾਂ ਕਰਦੇ ਆ, ਮਜਲਿਸਾਂ ਇਕੱਠ ਕਰਦੇ ਆ ਭਾਵ ਸੰਗਤ ਇਕੱਠੀ ਕਰਕੇ ਬਾਲਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਤੇ ਕਦੇ ਚੁੱਪਚਾਪ ਘਰ ਦੇ ਵਿੱਚ ਚਾਦਰ ਤਾਣ ਕੇ ਪਏ ਰਹਿੰਦੇ ਆ, ਤੇ ਕਦੇ ਜੰਗਲ ਬਨ ਦੇ ਵਿੱਚ ਅੱਖਾਂ ਨੂੜ ਕੇ ਬੈਠ ਜਾਂਦੇ ਆ ਸਮਾਧੀ ਲਾ ਕੇ। ਪਰ ਹੁਣ ਅੱਜ ਕੱਲ੍ਹ ਮੱਝੀਆਂ ਚਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਜਵਾਨ ਹੋ ਗਏ ਤੇ ਪਿਤਾ ਨੇ ਕਹਿ ਦਿੱਤਾ ਹੁਣ ਮੱਝੀਆਂ ਚਾਰੋ। ਮੱਝੀਆਂ ਚਾਰਨ ਦਾ ਕੰਮ ਆਰੰਭ ਕਰ ਦਿੱਤਾ ਹੈ। ਮੱਝਾਂ ਚਰਦੀਆਂ ਰਹਿੰਦੀਆਂ ਤੇ ਆਪ ਅਟੱਲ ਹੋ ਕੇ ਅਚਲ ਹੋ ਕੇ ਬੈਠ ਜਾਂਦੇ ਆ। ਰੱਬ ਦੇ ਕੰਮ ਨੂੰ, ਰੱਬ ਦੇ ਕੰਮ 'ਚ ਲੱਗ ਜਾਂਦੇ ਆ, ਯਾਦ ਕਰਨ ਲੱਗ ਪੈਂਦੇ ਉਸ ਵਾਹਿਗੁਰੂ ਨੂੰ। ਇਸੇ ਵਰ੍ਹਿਆਂ ਦੇ ਵਿੱਚ ਹੀ ਮਾਪਿਆਂ ਨੇ ਹੁਣ ਆਪਣੇ ਪੁੱਤਰ ਦਾ ਵਿਆਹ ਵੀ ਕਰ ਦਿੱਤਾ ਹੈ। ਮਾਪਿਆਂ ਦਾ ਧਰਮ ਹਿੰਦੂ ਹੋਣ ਕਰਕੇ ਪੁੱਤ ਦਾ ਵਿਆਹ ਕਰ ਦੇਣਾ ਉਹਨਾਂ ਚੰਗਾ ਸਮਝਿਆ। ਵਿਆਹ ਵੀ ਕਿਸੇ ਉਸ ਰੰਗ ਵੇਲੇ ਜਿਸ ਵੇਲੇ ਕਿ ਰੱਬ ਦਾ ਲਾਡਲਾ ਆਪਣੇ ਖੇੜੇ ਤੇ ਵਿਕਾਸ ਵਿੱਚ ਘੁਸ ਫਿਰਦਾ ਸੀ। ਮਹਿਤਾ ਕਾਲੂ ਜੀ ਦਾ ਵੀ ਇੱਕ ਹੀ ਯਤਨ ਸੀ ਕਿ ਕਿਤੇ ਵਹੁਟੀ ਦਾ ਪਿਆਰ ਤੇ ਘਰਾਂ ਦੀਆਂ ਭੂਮਣਾ ਗੱਭਰੂ ਹੋ ਸੋਹਣੇ ਨੂੰ ਆਪਣੇ ਆਪ ਇਹ ਜਿਹੜੇ ਵਹਿਮੀ ਰੰਗ ਹਨ ਇਹਦੇ ਵਿੱਚੋਂ ਕੱਢ ਲਿਆਉਣਗੀਆਂ। ਵਹਿਮੀ ਰੰਗ ਜਿਹੜਾ ਬੈਠਾ ਰਹਿੰਦਾ ਹੈ ਨਾਨਕ ਉਹਦੇ ਵਿੱਚੋਂ ਕੱਢ ਲਿਆਊਗਾ ਔਰਤ ਦਾ ਪਿਆਰ, ਇਸਤਰੀ ਦਾ ਪਿਆਰ। ਇਸ ਕਰਕੇ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਚਲੋ ਕੁਝ ਖੱਟਿਆ ਕਰੂ, ਕੁਝ ਕਮਾਇਆ ਕਰੂ, ਆਪਣੇ ਘਰ ਦਾ ਕੰਮ ਕਾਜ ਤੋਰ ਲਵੇਗਾ। ਤੇ ਗ੍ਰਸਤੀ ਨੂੰ ਇਸਤਰੀ ਪ੍ਰੇਮ ਤੇ ਬੜਾ ਭਰੋਸਾ ਹੁੰਦਾ ਹੈ। ਇਹ ਜਾਦੂ ਦੇ ਵਾਂਗ ਆਪਾਂ ਨੂੰ ਪਤਾ ਕੰਮ ਕਰਦਾ ਹੈ। ਤੇ ਮਹਿਤਾ ਕਾਲੂ ਜੀ ਨੇ ਸੋਚਿਆ ਚੱਲ ਆਪੇ ਵਹਿਮਾਂ ਚੋਂ ਨਿਕਲ ਜਾਵੇਗਾ। ਜਦੋਂ ਸਿਰ ਤੇ ਗ੍ਰਸਤੀ ਪੈ ਗਈ ਤੇ ਵੱਡੇ ਵੱਡੇ ਸਿਰ ਕੱਢ ਜਿਹੜੇ ਆ ਉਹਦੇ ਅੱਗੇ ਜੁੜ ਜਾਂਦੇ ਆ। ਪਰ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਰੰਗ ਦੇ ਤਰੰਗ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਉਹਨਾਂ ਦੇ ਖਿਆਲ ਜਾਂ ਧਰਮ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਇਨਸਾਨੀ ਸਮਝ ਦੇ ਧਰਵੇ ਦਾ ਟੇਕ ਜਿਹੜਾ ਸੀ ਰੰਗ ਨਹੀਂ ਗਿਆ। ਸਦਾ ਹੀ ਜੁੜੇ ਰਹੇ ਗੁਰੂ ਨਾਨਕ ਸਾਹਿਬ। ਵਿਆਹ ਵੀ ਹੋ ਗਿਆ ਹੈ ਪਰ ਤਾਂ ਵੀ ਉਸੇ ਹੀ ਰੰਗ ਦੇ ਵਿੱਚ ਉਸ ਵਾਹਿਗੁਰੂ ਦੇ ਨਾਲ ਰੰਗੇ ਹਨ। ਰੰਗ ਆਕਾਸ਼ੀ ਪੀਂਘ ਦੇ ਤਰੰਗ ਹਨ। ਬਿਜਲੀਆਂ ਦੇ ਆਕਾਸ਼ਾਂ ਵਿੱਚ ਆਪੇ ਗੁੰਦੇ ਜਾਣ ਵਾਲੀਆਂ ਮਾਲਾਂ ਦੇ ਰੌਂ ਹਨ। ਅਗੰਮੀ ਪੌਣ ਪਾਣੀਆਂ ਦੇ ਤਾਰੀਆਂ ਨਾਲ ਮੱਛੀਆਂ ਦੀਆਂ ਬਿਨ ਲੀਕਾਂ, ਬਿਨ ਰਾਹ ਦੇ ਉਡਾਰੀਆਂ ਹਨ। ਪੰਛੀਆਂ ਦੀਆਂ ਨਾ ਪਹਿਆਂ ਨਾ ਪੱਗ ਡੰਡੀਆਂ। ਐਸਾ ਪ੍ਰੇਮ ਜਿਹੜਾ ਰੱਬ ਨੂੰ ਕਰਦੇ ਆ। ਕੋਈ ਮਨ 'ਚ ਅਗੰਮ ਤੇ ਲਹਿਰ ਉਹਨਾਂ ਦੀ ਉੱਠਦੀ ਹੈ ਗੁਰੂ ਨਾਨਕ ਸਾਹਿਬ ਦੀ, ਤੇ ਉਹਦੀ ਸੁੰਦਰਤਾ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਇੱਕ ਸੁਰ ਹੋ ਜਾਂਦੇ ਆ। ਉਸੇ ਲਹਿਰ ਦੇ ਵਿੱਚ ਲਹਿਰ 'ਚ ਉੱਠਦੇ ਹਨ ਗੁਰੂ ਨਾਨਕ ਸਾਹਿਬ।
ਹੱਸਦੇ ਵੀ ਆ ਰੰਗ ਦੇ ਵਿੱਚ, ਰੋਂਦੇ ਵੀ ਆ, ਹੱਸਦੇ ਵੀ ਆ, ਚੁੱਪ ਕਰ ਜਾਂਦੇ ਆ, ਨਾਦ ਸੁਣਦਾ ਹੈ ਰੰਗ 'ਚ ਹੀ, ਉਸ ਵਾਹਿਗੁਰੂ ਦੀ ਯਾਦ 'ਚ ਜੁੜ ਜਾਂਦੇ ਆ। ਬੜਾ ਇਲਾਹੀ ਸੰਗੀਤ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੈ, ਸਮਾਧੀ ਜੁੜ ਜਾਂਦੀ ਹੈ। ਤੇ ਇਹ ਜਿਹੜੇ ਰੱਬ ਦੇ ਬੇਟੇ ਨੇ, ਆਪਣੇ ਸਰੀਰੀ ਮਾਪਿਆਂ ਨੂੰ ਇਹਨਾਂ ਨੇ ਕਦੀ ਖਿਜਾਇਆ ਨਹੀਂ ਹੈ। ਜਿਵੇਂ ਉਹਨਾਂ ਨੇ ਕਿਹਾ ਉਸੇ ਤਰ੍ਹਾਂ ਹੀ ਕਰਨ ਲੱਗ ਪੈਂਦੇ ਆ। ਪਰ ਜਿਸ ਵੇਲੇ ਅਗੰਮੀ ਉਛਾਲਾ ਉਹਨਾਂ ਦੇ ਅੰਦਰ ਉੱਠਦਾ ਹੈ ਗੁਰੂ ਨਾਨਕ ਸਾਹਿਬ ਦੇ, ਤੇ ਉਹਨਾਂ ਦੀ ਸੁਰਤ ਦੇ ਕੋਈ ਅੰਦਰੋਂ ਛੂਹ ਕੇ ਲੈ ਕੇ ਉਭਾਰ ਖਾਧਾ ਕਿ ਕੁਦਰਤ ਦੇ ਵਿੱਚੋਂ ਕੁਦਰਤ ਵਸੇ ਦੀ ਛੂਹ ਜਿਹੜੀ ਹੈ ਉਹ ਉਹਨਾਂ ਦੇ ਅੰਦਰ ਵਸ ਜਾਂਦੀ ਹੈ। ਤਦ ਉਸੇ ਵੇਲੇ ਰੰਗ ਦੇ ਵਿੱਚ ਧਨ ਨਿਰੰਕਾਰ ਦੀ ਧੁਨ ਲੱਗ ਜਾਂਦੀ ਹੈ ਤੇ ਲੈ ਜਾਂਦੀ ਹੈ ਜਿੱਧਰ ਨੂੰ ਲੈ ਗਈ, ਭਾਵ ਟਿਕ ਜਾਂਦੇ ਹਨ ਗੁਰੂ ਨਾਨਕ ਸਾਹਿਬ। ਅਰਸ਼ੀ ਬਾਬਲ ਦੀ ਸੱਧ, ਅਰਸ਼ੀ ਬਾਬਲ ਦੀ ਸੈਨਤ, ਜਿਵੇਂ ਰੱਬ ਬਾਬਲ ਹੋਵੇ, ਪਿਤਾ ਹੋਵੇ ਤੇ ਬੁਲਾ ਰਿਹਾ ਹੋਵੇ, ਉਸ ਸ਼ੋਅ ਦੇ ਵਿੱਚ ਗੁਰੂ ਨਾਨਕ ਸਾਹਿਬ ਟਿਕਦੇ ਆ। ਅੱਖ ਮਟੱਕਾ ਉਸ ਵਾਹਿਗੁਰੂ ਦੇ ਨਾਲ ਅਰਸ਼ੀ ਨੈਣਾ ਦੇ ਦਿਦਾਰੇ ਹੁੰਦੇ ਆ। ਤਿਆਰ ਬਰ ਤਿਆਰ ਗੁਰੂ ਨਾਨਕ ਸਾਹਿਬ ਜੀ ਹੁਕਮ ਦਾ ਵੀਣਾ, ਗੁਰੂ ਦੇ ਹੁਕਮ ਦੇ ਵਿੱਚ, ਵਾਹਿਗੁਰੂ ਦੇ ਹੁਕਮ ਦੇ ਵਿੱਚ ਉਹਦੀ ਧੁਨ ਦੇ ਮਗਰ ਮਗਰ ਚੱਲ ਪੈਂਦੇ ਆ। ਕਿਸੇ ਅਗੰਮੀ ਸੁਗੰਧੀ ਦੇ ਮਗਰੇ ਮਗਰ ਅਲਮਸਤੇ ਭੌਰਿਆਂ ਦੇ ਵਾਂਗੂ ਉੱਡਦੇ ਫਿਰਦੇ ਨੇ ਧੰਨ ਗੁਰੂ ਨਾਨਕ ਸਾਹਿਬ। ਤੇ ਉਹ ਸੋਚ ਦੇ ਹੁਕਮ ਦੇ ਬੇਵਸ ਤੋਂ ਸੁਤੰਤਰ ਜੀਵਨ ਤੋਂ, ਜਗਤ ਦੀਆਂ ਪਈਆਂ ਲੀਕਾਂ ਵਾਲੇ ਰਸਤਿਆਂ ਤੋਂ ਟੁਰਨੋਂ ਉਹਨਾਂ ਨੇ ਉਡਾਰੀਆਂ ਵਿੱਚ ਲੈ ਜਾਂਦਾ। ਬਿਨਾਂ ਜੂਹਾਂ ਦੇ ਮ੍ਰਿਗਮੀਨ ਪੰਖੇਰੂਆਂ ਦੇ ਸ਼ਬਦ ਬਾਬਲ ਦੇ ਲਾਡਲੇ ਦੇ ਕੰਨਾਂ ਦੇ ਵਿੱਚ ਹਰ ਜਾਪ ਦੀ ਧੁਨ ਪਾਉਂਦੇ। ਵਗਦੇ ਕੂਹਾਂ ਦੀ ਕੂੰ ਕੂੰ ਆਵਾਜ਼ ਦੇ ਉਹਦੇ ਰਸ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਇਸੇ ਪ੍ਰਕਾਰ ਆਪਣੇ ਜੀਵਨ ਦੀ ਇਹ ਰੋਹ ਦੇ ਵਿੱਚ ਉਸ ਵਾਹਿਗੁਰੂ ਨੂੰ ਯਾਦ ਕਰਦੇ, ਤੂੰ ਦੀ ਗੁਜ਼ਾਰ ਲਾਉਂਦੇ ਸੰਸਾਰ ਦੇ ਵਿੱਚ ਵਿਚਰਨਾ ਹੈ। ਸੋ ਧਰਤੀ ਦੇ ਬਾਬੁਲ ਨੇ, ਭਾਵ ਮਹਿਤਾ ਕਾਲੂ ਨੇ ਵਿਆਹ ਦਿੱਤੇ, ਵਿਆਹੇ ਗਏ, ਵਿਆਹ ਕਰਾ ਲਿਆ, ਪਰ ਅੰਦਰ ਦੀ ਤੜਪ, ਦਿਲ ਦੀ ਧਾਂਪ ਸਾਈਂ ਦੇ ਸਰੋਤ ਨਗਮਿਆਂ ਦੇ ਨਾਲ ਵਜਨੋਂ ਨਾ ਹਟੀ। ਤੇ ਨਾ ਹਟੀ ਮਹਿਤਾ ਕਾਲੂ ਜੀ ਦਾ ਯਤਨ ਸੀ ਕਿ ਜੇ ਗੱਭਰੂ ਪੁੱਤ ਹੁਣ ਘਰ ਦੀ ਜਿਹੜੀ ਹੈ ਆਪਣੀ ਘਰ ਵਾਲੀ ਘੁੰਮਣਾ ਪੇਕੇ ਕਮਾਊ ਹੋ ਨਿਕਲੇ, ਤੇ ਨਾ ਸਿਰੇ ਚੜਿਆ ਜੋ ਕੰਮ ਸੋਚਿਆ ਸੀ। ਅਜੇ ਬਣ ਦੇ ਵਿੱਚ ਰੋਜ਼ ਜਾਂਦੇ ਹਨ, ਰੱਬ ਦੇ ਬਾਲ ਕੇ ਮੱਝੀਆਂ ਚਾਰਨ ਜਾਂਦੇ ਹਨ। ਪਿਤਾ ਕਹਿੰਦਾ ਹੈ ਚਲੋ ਕੁਛ ਕਰੇ ਸਹੀ, ਮੱਝੀਆਂ ਹੀ ਚਾਰ ਲੈ, ਇੰਨਾ ਹੀ ਬਹੁਤ ਹੈ। ਗੁਰੂ ਨਾਨਕ ਸਾਹਿਬ ਮੱਝੀਆਂ ਹੀ ਚਾਰ ਲੈਣ। ਚਾਰ ਅਰਸ਼ ਕੁਰੈਸ਼ਰ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ, ਚਾਰ ਭਵਨਾਂ ਦੇ ਮਾਲਕ ਮੱਝੀਆਂ ਚਾਰ ਰਹੇ ਆ। ਅਰਸ਼ੀ ਬਾਬਲ ਜਦ ਬਾਂਹ ਫੜਾਉਂਦਾ ਹੈ, ਤੇਰੀਆਂ ਮੱਝੀਆਂ ਫਿਰ ਦੋਤੇ ਦੇ ਫਰਿਸ਼ਤੇ ਚਾਰਦੇ ਆ। ਗੁਰੂ ਨਾਨਕ ਸਾਹਿਬ ਆਪ ਤੇ ਜੁੜ ਕੇ ਬੈਠ ਜਾਂਦੇ ਤੇ ਕਹਿੰਦੇ ਦੇਖੋ ਜਾਲ ਦਾ ਇੱਕ ਬੁੱਢਾ ਬੂਟਾ ਹੈ, ਜਿਹਦੇ ਹੇਠਾਂ ਬੈਠਿਆਂ ਆਪ ਨੂੰ ਇੱਕ ਦਿਨ ਅਰਸ਼ੀ ਬਾਬਲ ਦੀ ਡਾਢੀ ਸੈਨਤ ਵੱਜੀ। ਇੱਕ ਰੁੱਖ ਦੇ ਥੱਲੇ ਬੈਠੇ ਆ, ਉੱਥੇ ਬੈਠਿਆਂ ਵਾਹਿਗੁਰੂ ਦੇ ਨਾਲ ਸੁਰਤ ਜੁੜ ਗਈ ਹੈ। ਮੱਝੀਆਂ ਫਿਰ ਗਈਆਂ ਜਿੱਧਰ ਨੂੰ ਗਈਆਂ, ਆਪ ਆਪਣੇ ਬਾਬਲ ਦੀ ਸ਼ਾਨਤ ਦੇ ਬੱਝੇ ਰੰਗ ਦੇ ਵਿੱਚ ਨਿਗਮਨ ਉਸ ਜਾਲ ਦੇ ਛਾਵੇਂ ਬਰਾਜ ਰਹੇ। ਆ ਬੈਠੇ ਰਹੇ, ਮੱਝੀਆਂ ਚਰਨ ਚਲੇ ਗਈਆਂ ਤੇ ਉੱਥੇ ਹੀ ਟਿਕ ਗਏ ਜਿੱਥੇ ਬੈਠੇ ਸਨ ਗੁਰੂ ਨਾਨਕ ਸਾਹਿਬ। ਬੈਠੇ ਰਹੇ, ਦੁਪਹਿਰਾਂ ਸਨ, ਲੇਟੇ ਰਹੇ, ਆਪ ਆਪੇ ਦੇ ਦੇਸ਼ ਖਬਰੇ ਕਿਸ ਰੰਗ ਪੰਘੂੜੇ 'ਚ ਝੂਟ ਰਹੇ ਸਨ। ਲੇਟ ਗਏ ਸੋ ਖਾਸਨ ਹੋ ਗਏ, ਪਏ ਹਨ ਬਾਬਲ ਅਰਸ਼ੀ ਬਾਬਲ ਦੀ ਗੋਦ ਦੇ ਵਿੱਚ, ਉਸ ਵਾਹਿਗੁਰੂ ਦੀ ਗੋਦ 'ਚ। ਰਾਏ ਬੁਲਾਰ ਕੋਲ ਦੀ ਲੰਘਿਆ ਤੇ ਉਹਨੇ ਡਿਠਿਆ, ਰਾਏ ਬੁਲਾਰ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਲਾਗੋਂ ਦੀ ਲੰਘਿਆ, ਕੀ ਦੇਖਦਾ ਹੈ ਕਿ ਕਾਦਰ ਦਾ ਕਰਦਾਰ ਦਾ ਪੁੱਤਰ ਕਮਲਾ ਨਾਨਕ ਜਿਹੜਾ ਹੈ, ਪਰ ਉਹਦੀ ਕਾਜੀ ਮੁੱਲਾ ਪੰਡਿਤ ਬਾਂਦੇ ਸ਼ਲਾਘਾ ਕਰਦੇ ਹਨ ਤੇ ਪਿਆ ਹੈ ਤੇ ਆਰਾਮ ਨਾਲ ਪਿਆ ਹੈ, ਕਿਸੇ ਦੀ ਕੋਈ ਸੁੱਧ ਨਹੀਂ। ਬੁਲਾਰ ਸ਼ਿਕਾਰ ਖੇਡਣ ਨੂੰ ਗਿਆ ਸੀ। ਰਾਏ ਬੁਲਾਰ ਸਾਰਾ ਦਿਨ ਲੱਗਾ ਰਿਹਾ ਸੀ ਸ਼ਿਕਾਰ ਵਿੱਚ। ਸੂਰਜ ਤੁਰ ਪਿਆ ਪੱਛੋਂ ਵੱਲ ਨੂੰ, ਪਰਛਾਵੇਂ ਢਲ ਪਏ ਤੇ ਫਿਰ ਤੁਰ ਪਿਆ ਪੂਰਬ ਤੋਂ ਜਾ ਕੇ ਧਰਤੀ ਦਾ ਲਹਿਦੇ ਦਾ ਦਮਨ ਜਾ ਚੁੰਮਿਆ ਹੈ ਸੂਰਜ ਨੇ। ਸੂਰਜ ਢਲਣਾ ਸ਼ੁਰੂ ਹੋ ਗਿਆ। ਰਾਏ ਬੁਲਾਰ ਵਾਪਸ ਆ ਗਿਆ ਸ਼ਿਕਾਰ ਕਰਕੇ। ਡਿੱਠਾ ਉਹਨੇ ਕਿ ਉਵੇਂ ਹੀ ਨਾਨਕ ਪਿਆ ਜਿਵੇਂ ਦੇਖਿਆ ਸੀ।
ਤੇ ਕਹਿੰਦਾ ਹੈ ਕਮਲਾ ਨਾਨਕ ਯਾਰੋ ਲੋਕਾਂ ਨਾਨਕ ਦੇ ਕ੍ਰਿਸ਼ਮੇ ਡਿੱਠੇ ਸੁਣਾ ਅਸਾਂ ਸੁਣੇ ਪਰ ਅੱਖੀਂ ਡਿੱਠਾ ਨਾ ਕੋਈ ਤੱਕੋ ਨਾ ਰੱਬ ਨਾ ਭੁਲਾਵੇ ਅੱਜ ਅਸੀਂ ਵੀ ਨਹੀਂ ਵੇਖ ਰਹੇ ਇੱਕ ਕ੍ਰਿਸ਼ਮਾ ਕਹਿੰਦਾ ਮੈਂ ਵੀ ਇੱਕ ਕ੍ਰਿਸ਼ਮਾ ਦੇਖਿਆ ਤੱਕੋ ਯਾਰੋ ਹੈ ਸਾਡੇ ਤੇ ਤੱਕੋ ਸਾਰੇ ਬ੍ਰਿਸ਼ਾਂ ਦੇ ਛਾਏ ਪਰਤ ਗਏ ਇਸ ਜਾਲ ਦਾ ਛਾਇਆ ਨਹੀਂ ਵਿਛਿਆ ਕਹਿੰਦੇ ਸਾਰੇ ਬ੍ਰਿਸ਼ ਜਿਹੜੇ ਹਨ ਰੁੱਖ ਜਿਹੜੇ ਸੀ ਉਹ ਉਹਨਾਂ ਦਾ ਪਰਛਾਵਾਂ ਕਿਉਂਕਿ ਸਾਧ ਸੰਗਤ ਜਦੋਂ ਰੁੱਖ ਦੇ ਪਰਛਾਵੇਂ ਹੁੰਦੇ ਆ ਜਿੱਧਰ ਪਾਸੇ ਨੂੰ ਸੂਰਜ ਜਾਂਦਾ ਦੂਸਰੇ ਪਾਸੇ ਨੂੰ ਢਲਣੇ ਸ਼ੁਰੂ ਹੋ ਜਾਂਦੇ ਆ ਪਰ ਗੁਰੂ ਨਾਨਕ ਸਾਹਿਬ ਜਿਸ ਰੁੱਖ ਦੇ ਥੱਲੇ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਬੈਠੇ ਸਨ ਉਹਦੀ ਪਰਛਾਈ ਜਿਹੜੀ ਸੀ ਉੱਥੇ ਦੀ ਉੱਥੇ ਰਹੀ ਉਹ ਬਦਲੀ ਨਾ ਕਿਸੇ ਪਾਸੇ ਨੂੰ ਤੇ ਰਾਏ ਬੁਲਾਰ ਕਹਿੰਦਾ ਮੈਂ ਤੇ ਹੈਰਾਨ ਹੋ ਗਿਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪਰਛਾਵਾਂ ਜਿਹੜਾ ਹੈ ਉਸੇ ਤਰ੍ਹਾਂ ਹੀ ਛਾਂ ਦੇ ਰਿਹਾ ਰੁੱਖ ਇਹ ਕਿਸੇ ਪਾਸੇ ਨੂੰ ਮੁੜਿਆ ਨਹੀਂ ਤੇ ਕਹਿੰਦਾ ਮੈਨੂੰ ਇੰਜ ਲੱਗਦਾ ਜਿਵੇਂ ਕੋਈ ਪਹਿਰੇਦਾਰ ਪਹਿਰੇ ਦੇ ਖਲੋਤਾ ਹੋਵੇ ਗੁਰੂ ਨਾਨਕ ਸਾਹਿਬ ਜੀ ਦੇ ਪਹਿਰੇ ਤੇ ਖਲੋਤਾ ਹੋਵੇ ਸੁਣਦੇ ਸਾਰ ਸਾਥੀਆਂ ਨੇ ਤੱਕਿਆ ਨਾਲ ਦਿਆਂ ਨੇ ਤੇ ਠੀਕ ਹੈ ਨਾਨਕ ਦੇ ਉੱਤੇ ਜਿਹੜੀ ਛਾਂ ਹੈ ਉਸੇ ਤਰ੍ਹਾਂ ਹੀ ਖੜੀ ਹੈ ਤੇ ਫਿਰ ਰਾਏ ਬੁਲਾਰ ਅੱਗੇ ਆਖਦਾ ਹੈ ਕਹਿੰਦਾ ਕਿ ਨਾਨਕ ਮਹਾਪੁਰਖ ਹੈ ਅਗਲੇ ਦਿਨ ਖੇਤ ਹਰਾ ਕੀਤਾ ਅਸਾਂ ਸੁਣਿਆ ਸੀ ਡਿੱਠਾ ਨਹੀਂ ਸੀ ਪਰ ਗੱਲ ਪੱਕੀ ਤੇ ਅਣਮੰਨੇ ਵਾਲੀ ਸੀ ਤੇ ਅੱਜ ਮੈਂ ਅੱਖੀਂ ਦੇਖ ਲਿਆ ਕਹਿੰਦਾ ਸੀਸ ਨਵਾ ਕੇ ਆਖਿਆ ਕਹਿੰਦਾ ਜਾਓ ਜਗਾਓ ਜਾ ਕੇ ਗੁਰੂ ਨਾਨਕ ਨੂੰ ਸੋਹਣਾ ਸੁਗੰਧੀ ਵਾਲਾ ਸਵਾਸ ਲੈ ਕੇ ਰੱਬ ਦੀ ਗੋਦ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਉੱਠੇ ਤੇ ਰਾਏ ਬੁਲਾਰ ਦੇ ਵੱਲ ਤੱਕਿਆ ਹੈ ਤੇ ਉਹ ਰਸੀਲੇ ਨੈਣ ਜੋ ਸਾਈਂ ਦੇ ਰੰਗ ਦੇ ਰੰਗਣ ਚ ਭਿੱਜੇ ਹੋਏ ਸੀ ਉੱਠੇ ਤੇ ਬੁਲਾਰ ਦੇ ਅਚਰਜ ਤੇ ਸ਼ਰਧਾ ਵਾਲੇ ਨੈਣ ਉਹਦੇ ਉੱਤੇ ਪਏ ਕੋਈ ਛੂਹ ਲਾ ਗਏ ਕਲੇਜਾ ਕੰਬ ਗਏ ਕਲੇਜਾ ਕੰਬਾ ਗਏ ਰਾਏ ਬੁਲਾਰ ਦਾ ਤੇ ਆਪਣੀ ਅਰਸ਼ੀ ਦੇ ਕੋਈ ਪੁੰਗਰਿਆ ਬੀਜ ਲੈ ਗਏ ਭਾਵ ਰਾਏ ਬੁਲਾਰ ਨੇ ਜਦੋਂ ਤੱਕਿਆ ਤੇ ਉਧਰੋਂ ਗੁਰੂ ਨਾਨਕ ਸਾਹਿਬ ਨੇ ਤੱਕਿਆ ਹੈ ਦੋਵਾਂ ਦੀ ਨਿਗਾਹ ਆਪਸ ਚ ਪਈ ਰਾਏ ਬੁਲਾਰ ਨੂੰ ਇੱਕ ਝਟਕਾ ਜਿਹਾ ਲੱਗਾ ਜਿਵੇਂ ਕੋਈ ਰੋਹ ਉਹਨਾਂ ਦੇ ਅੰਦਰ ਪੈ ਗਈ ਹੋਵੇ ਆਏ ਨੂੰ ਅੱਖੀਂ ਡਿੱਠੀ ਗੱਲ ਦੱਸ ਕੇ ਕਹਿਣ ਲੱਗਾ ਕਹਿੰਦਾ ਕਾਲੂ ਮੱਤ ਇਸ ਪੁੱਤ ਨੂੰ ਫਿਟਕਾਰ ਦਿੰਦਾ ਹੋਵੇ ਮੈਂ ਤਾਂ ਕਾਲੀ ਜੀ ਨੂੰ ਕਹਿੰਦਾ ਜਦੋਂ ਘਰੇ ਆਉਂਦਾ ਕਹਿੰਦਾ ਮਹਿਤੇ ਨੂੰ ਸੱਦ ਘੱਲਿਆ ਬੁਲਾਇਆ ਮਹਿਤੇ ਕਾਲੂ ਜੀ ਨੂੰ ਤੇ ਜਦੋਂ ਮਹਿਤਾ ਕਾਲੂ ਜੀ ਆਏ ਤੇ ਉਹਨਾਂ ਨੂੰ ਕਹਿੰਦਾ ਕਿ ਇਹਨੂੰ ਫਟਕਾਰ ਨਾ ਦਿਆ ਕਰੇ ਮਹਾਂਪੁਰਖ ਹੈ ਇਹ ਸਦਾ ਮੇਰੇ ਸ਼ਹਿਰ ਚ ਵੱਸਦਾ ਹੈ ਤੇ ਕਾਲੂ ਤੂੰ ਵੀ ਨਿਹਾਲ ਹੈ ਤੇਰਾ ਪੁੱਤ ਵੀ ਹੈ ਪਰ ਮੈਂ ਵੀ ਨਿਹਾਲ ਹਾਂ ਜਿਹਦੇ ਸ਼ਹਿਰ ਚ ਪੈਦਾ ਹੋਇਆ ਕਹਿੰਦਾ ਮੈਂ ਵੀ ਬੜਾ ਖੁਸ਼ ਹਾਂ ਜਿਹਦੇ ਸ਼ਹਿਰ ਚ ਪੈਦਾ ਹੋਇਆ ਮੈਂ ਵੀ ਨਿਹਾਲ ਹੋ ਗਿਆ ਇਸੇ ਤਰ੍ਹਾਂ ਇੱਕ ਦਿਨ ਮੱਝੀਆਂ ਚਾਰਨ ਬਣ ਦੇ ਵਿੱਚ ਆਪ ਟਿਕ ਗਏ ਤੇ ਇੱਕ ਮਲ ਗੁਜ਼ਾਰ ਵਿੱਚ ਰੁੱਤ ਗਰਮੀ ਦੀ ਸੀ ਤੇ ਬ੍ਰਿਸ਼ ਦੇ ਹੇਠ ਟਿਕੇ ਸਨ ਕੁਝ ਚਿਰ ਮਗਰੋਂ ਦੂਜੇ ਪਾਸੇ ਤੋਂ ਧੁੱਪ ਟਿਕ ਕੇ ਚਿਹਰੇ ਤੇ ਪੈਣ ਲੱਗੀ ਇਸ ਵੇਲੇ ਇੱਕ ਬੁੱਢਾ ਪੁਰਾਣਾ ਇੱਕ ਚਿੱਟਾ ਫਨੀਅਰ ਸੱਪ ਜਿਹੜਾ ਸੀ ਉਹ ਸੀਸ ਦੇ ਪਿੱਛੇ ਆਣ ਖਲੋਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸੱਪ ਜਿਹੜਾ ਹੈ ਸਾਧ ਸੰਗਤ ਉਹ ਆਣ ਖਲੋਤਾ ਹੈ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਸੁੱਤੇ ਹੋਏ ਨੇ ਤੇ ਸਿਰ ਦਾ ਪਰਛਾਵਾਂ ਜਿਹੜਾ ਹੈ ਸਾਧ ਸੰਗਤ ਢਲ ਗਿਆ ਸਿਰ ਦੇ ਪਰਛਾਵੇਂ ਜਿਹੜੇ ਆ ਸਿਰ ਦੇ ਉੱਤੋਂ ਪਰਛਾਵਾਂ ਨਿਕਲ ਗਿਆ ਤੇ ਸਾਰੇ ਵੇਖਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਨੇੜੇ ਇੱਕ ਬੁੱਢਾ ਪੁਰਾਣਾ ਇੱਕ ਜਿਹੜਾ ਸੱਪ ਹੈ ਅੜੀਅਲ ਜਿਹਾ ਫਨੀ ਸੱਪ ਸੀਸ ਦੇ ਉੱਤੇ ਆ ਕੇ ਖੜੋ ਗਿਆ ਤੇ ਆਪਣੀ ਛਜਲੀ ਤਾਣ ਕੇ ਚਿਹਰੇ ਉੱਤੇ ਕਰ ਦਿੱਤੀ ਹੈ ਭਾਵ ਫਨ ਖਿਲਾਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਵੱਲ ਨੂੰ ਉਹ ਖੜ ਗਿਆ ਉਹ ਜਿਹੜਾ ਸੱਪ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਵੱਲ ਹੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਉਹਨੇ ਦੇਖ ਲਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦੇ ਉੱਤੇ ਜਿਹੜੀ ਹੈ ਉਹ ਛਾਂ ਕਰਨੀ ਜ਼ਰੂਰੀ ਹੈ ਕਿਉਂਕਿ ਦੀਨ ਦੁਨੀ ਦਾ ਜਿਹੜਾ ਮਾਲਕ ਹੈ ਧੰਨ ਗੁਰੂ ਨਾਨਕ ਇਹ ਸਮੇਂ ਸੁੱਤਾ ਪਿਆ ਹੈ ਤੇ ਇਹਦੇ ਚਿਹਰੇ ਦੇ ਉੱਤੇ ਜਿਹੜਾ ਹੈ ਸਾਧ ਸੰਗਤ ਸਭ ਨੇ ਵੀ ਪਤਾ ਲਗਾ ਲਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦੇ ਛਾਂ ਕਰਨੀ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀਨ ਦੁਨੀ ਦੇ ਮਾਲਕ ਹਨ ਸਤਿਗੁਰੂ ਉੱਥੇ ਪਏ ਹਨ ਸੁੱਤੇ ਹਨ ਉਸ ਵਾਹਿਗੁਰੂ ਦੇ ਨਾਲ ਲਿਵ ਲੱਗੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੇ ਜਦੋਂ ਇਹ ਸੱਪ ਆਉਂਦਾ ਹੈ ਸਾਧ ਸੰਗਤ ਵਾਹਿਗੁਰੂ
वाहिगुरु। हाँ जी, साध संगत ਇਹ ਚਿਹਰੇ ਤੇ ਆਣ ਖਲੋ ਜਾਂਦਾ ਸੱਪ ਤੇ ਧੁੱਪ ਪੈਣ ਰੁਕ ਜਾਂਦੀ ਹੈ। ਕੁਝ ਘਟਾ ਬੀਤਦੀ ਆ, ਜਬ ਹੀ ਬਦਲੀ ਛਾਏ ਮੁਖ ਘਾਮਾ, ਸਵੈਦ ਦੇ ਬਿੰਦ ਮਨੋ ਅਰਬਿੰਦ, ਜਿਵੇਂ ਮਕਰੰਦ ਕਣੀ ਅਭਿਰਾਮਾ। ਇੱਕ ਸ਼ਲੋਕ ਹੈ, ਉਹਦੇ ਅਨੁਸਾਰ ਗੱਲ ਕਰਦੇ ਕਹਿੰਦੇ ਕਿ ਗੁਰੂ ਸਾਹਿਬ ਦੀ ਪ੍ਰਦਖਣਾ ਕੀਤੀ ਹੈ ਸੱਪ ਨੇ, ਫਨੀਅਰ ਸੱਪ ਨੇ, ਤੇ ਸਤਿਗੁਰੂ ਦੇ ਮੁਖ ਦੇ ਉੱਤੇ ਜਿਹੜਾ ਹੈ ਉਹਨੇ ਫਨ ਖਿਲਾਰ ਕੇ ਬਹਿ ਗਿਆ। ਅੱਜ ਵੀ ਸੁਭਾਗ ਹੋਇਆ ਕਿ ਰਾਏ ਬੁਲਾਰ ਉਧਰ ਦੀ ਲੰਘ ਰਿਹਾ ਸੀ। ਗੁਰੂ ਨਾਨਕ ਸਾਹਿਬ ਜੀ ਪਏ ਹੋਏ ਆ, ਰਾਏ ਬੁਲਾਰ ਫਿਰ ਉਸੇ ਤਰ੍ਹਾਂ ਲੰਘ ਰਿਹਾ ਨੇੜਿਓਂ ਦੀ, ਤੇ ਰਾਏ ਬੁਲਾਰ ਨੇ ਫਿਰ ਤੱਕਿਆ। ਉਹਨੇ ਦੇਖਿਆ ਕਿ ਕੋਈ ਕੱਪੜਾ ਤਾਣ ਕੇ ਸੁੱਤਾ ਹੈ, ਪਰ ਜਦੋਂ ਉਹਨੇ ਗੌਰ ਦੇ ਨਾਲ ਤੱਕਿਆ ਕਿ ਪਤਾ ਲੱਗਾ ਕਿ ਜੋ ਛਜਲੀ ਵਾਲਾ ਸੱਪ ਹੈ, ਤਰਬ ਕੇ ਡਰ ਗਿਆ ਤੇ ਸਵਾਰ ਨੂੰ ਕਿਹਾ ਕਿ ਸੱਪ ਨੂੰ ਡਰਾ ਕੇ ਤੋੜ ਦਿਓ, ਜੋ ਬੱਚੇ ਨੂੰ ਡੰਗ ਨਾ ਜਾਵੇ। ਖੜਾਕ ਸੁਣ ਕੇ ਅਰਸ਼ੀ ਮਾਲਕ ਦੀ ਗੋਦ ਵਿੱਚ ਇਹ ਟਿਕਿਆ ਲਾਲ ਉੱਠ ਬੈਠਾ। ਧੰਨ ਗੁਰੂ ਨਾਨਕ ਸਾਹਿਬ ਉੱਠ ਖੜੇ ਹੋਏ, ਸੱਪ ਗੁੰਮ ਹੋ ਗਿਆ, ਪਰ ਰਾਏ ਬੁਲਾਰ ਹੱਕਾ ਬੱਕਾ ਹੋ ਕੇ ਵਧਿਆ। ਇੱਕ ਟੱਕ ਬੰਨ ਕੇ ਤੱਕੇ, ਸੋਚੇ ਹੈ ਸੱਪ ਵੀ ਇਸ ਨੂੰ ਛਾਇਆ ਕਰਦੇ ਫਿਰਦੇ, ਸੋਚਦਾ ਹੈ ਰਾਏ ਬੁਲਾਰ। ਪਰ ਹੇ ਰਾਏ ਬੁਲਾਰ, ਦੇਖ ਫਰੀਦ ਜੀ ਕੀ ਕਹਿੰਦੇ ਆ। ਫਰੀਦ ਜੀ ਕਹਿੰਦੇ ਆ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਕਿ ਜੇ ਰੱਬ ਦਾ ਕੋਈ ਹੋ ਜਾਵੇ ਨਾ, ਸਾਰਾ ਜੱਗ ਉਹਦਾ ਹੋ ਜਾਂਦਾ। ਉਹਦੇ ਵਾਸਤੇ ਸੱਪ ਵੀ ਛਾਵਾਂ ਕਰਦੇ ਆ। ਹਰ ਸੰਸਾਰ ਦੀ ਵਸਤੂ ਉਹਦੇ ਅਧੀਨ ਹੋ ਜਾਂਦੀ ਜਿਹੜਾ ਰੱਬ ਦਾ ਹੋ ਜਾਂਦਾ। ਰਾਏ ਦੀ ਹੈਰਾਨੀ ਨੇ ਸ਼ਰਧਾ ਤੇ ਨੇ ਆ ਕੇ ਸ਼ਾਂਤ ਕੀਤਾ, ਤੇ ਫਨੀਅਰ ਸੱਪ ਦੀ ਐਤਨੀ ਨਿਕਟਤਾ ਵਿੱਚ ਜਿਉਂਦਾ ਰਿਹਾ। ਹਾਂ, ਜਿਸ ਨੂੰ ਸੱਪ ਛਜਲੀ ਦੀ ਛਾਂ ਕਰ ਰਿਹਾ ਸੀ, ਉਹ ਜ਼ਰੂਰ ਕਰਾਮਾਤੀ ਬੰਦਾ ਹੈ। ਇਹ ਗੱਲ ਸੋਚ ਲਈ ਹੈ ਰਾਏ ਬੁਲਾਰ ਨੇ। ਅੱਗੇ ਹੋ ਕੇ ਸੋਹਣੇ ਸੰਤ ਨੂੰ ਸੀਸ ਨਵਾਇਆ, ਗੁਰੂ ਨਾਨਕ ਸਾਹਿਬ ਨੂੰ ਫੇਰ ਗਲੇ ਲਾ ਕੇ ਉਹਦੀ ਸ਼ੋਅ ਪ੍ਰਾਪਤ ਕੀਤੀ ਹੈ ਰਾਏ ਬੁਲਾਰ ਨੇ। ਸੋ ਰੱਬ ਰੌਂ ਦੇ ਵਿੱਚ ਸ਼ਰਾਸ਼ਾਰ ਸੋਹਣੇ ਦੇ ਸਰੀਰ ਤੋਂ ਰੱਬ ਦੀ ਰੰਗਤ ਉਹਨੂੰ ਵੀ ਲੱਗ ਗਈ। ਜਿਵੇਂ ਮਹਾਰਾਜ ਦੀ ਗੁਰਬਾਣੀ ਕਹਿੰਦੀ ਹੈ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਰਾਏ। ਇਸ ਪ੍ਰਕਾਰ ਲਈ ਜੁੜ ਗਈ ਰਾਏ ਬੁਲਾਰ ਦੀ ਵੀ। ਹੁਣ ਫੇਰ ਕੋਈ ਉਹ ਅੰਦਰਲੇ ਦੀ ਅੰਦਰ ਨੂੰ ਖਿੱਚ ਦਾ ਪ੍ਰਬਲ ਵੇਗ ਜਿਹੜਾ ਆਇਆ ਇੱਕਦਮ। ਮੱਝੀਆਂ ਛੇੜਨ ਦਾ ਕੰਮ ਰਹਿ ਚੁੱਕਿਆ ਸੀ। ਬਨ ਵਿੱਚ ਜਾ ਕੇ ਟਿਕੇ ਰਹਿਣਾ, ਜਾਂ ਸਾਧਾਂ ਫਕੀਰਾਂ ਦੀ ਮਦਦ ਚ ਜਾ ਕੇ ਬੈਠ ਜਾਣਾ, ਗੱਲਾਂ ਬਾਤਾਂ ਕਰਨੀਆਂ ਰੱਬ ਦੀਆਂ, ਕੁਝ ਸੁਣਨਾ, ਕੁਝ ਪੁੱਛਣਾ, ਆਪਣੇ ਕਟਾਕਸ਼ ਦੇਣੇ, ਕਦੇ ਕਿਸੇ ਵੇਲੇ ਕੋਈ ਸ਼ਬਦ ਕਹਿਣਾ, ਕੋਈ ਗਾਉਣਾ, ਫੇਰ ਗੁੰਮ ਹੋ ਜਾਣਾ, ਆਪਣੇ ਆਪ ਦੇ ਵਿੱਚ ਮਹਾਰਾਜ ਨੇ ਮਗਰ ਰਹਿਣਾ। ਗੁਰੂ ਨਾਨਕ ਸਾਹਿਬ ਨੇ ਸਭਾ ਦੇ ਵਿੱਚ ਹਰੀ ਦਾ ਕੀਰਤਨ ਕਰਨਾ, ਇਹ ਵਿਵਹਾਰ ਰਹਿ ਗਏ ਸਨ। ਹੋਰ ਸਭ ਨਾਲ ਚੁੱਪਚਾਪ ਜਿਹੇ ਉਦਾਸੀ ਬਿਰਤੀ ਹੋ ਗਏ ਗੁਰੂ ਨਾਨਕ ਸਾਹਿਬ। ਕਿਤਨਾ ਚਿਰ ਇਸ ਤਰ੍ਹਾਂ ਲੰਘਣ ਤੇ ਲੋਕਾਂ ਦੇ ਵਿੱਚ ਚਰਚਾ ਚੱਲ ਪਈ ਕਿ ਗੁਰੂ ਨਾਨਕ ਸਾਹਿਬ ਦੀਵਾਨਾ ਹੋ ਗਿਆ। ਦੀਵਾਨਾ ਦਾ ਭਾਵ ਪਾਗਲ ਹੋ ਗਿਆ। ਸਿਆਣੇ ਕਹਿਣ ਕਿ ਹੁਣ ਫਕੀਰੀ ਘਰ ਦੇ ਵਿੱਚ ਗਈ ਹੈ, ਇਹ ਸੰਨਿਆਸੀ ਹੋ ਕੇ ਨਿਕਲ ਤੁਰੇਗਾ। ਦੋਵੇਂ ਗੱਲਾਂ ਮਾਂ ਨੂੰ ਸਿਖਾਉਣ ਨਾ, ਮਾਂ ਨੂੰ ਚੰਗੀਆਂ ਨਾ ਲੱਗਣ ਦੋਵੇਂ ਗੱਲਾਂ, ਕਿ ਮੇਰਾ ਪੁੱਤ ਪਾਗਲ ਹੋ ਗਿਆ ਜਾਂ ਸੰਨਿਆਸੀ ਹੋ ਜਾਵੇ। ਸੋ ਇੱਕ ਦਿਨ ਉਹ ਲੱਗੀ ਸਮਝਾਉਣ ਆਪਣੇ ਪੁੱਤਰ ਨੂੰ, ਗੁਰੂ ਨਾਨਕ ਸਾਹਿਬ ਨੂੰ, ਕਿ ਹਾਂ ਮਾਂ ਨੇ ਬਥੇਰਾ ਸਮਝਾ ਲਿਆ, ਪਰ ਉਹਨਾਂ ਦੇ ਦਿਲ ਤੇ ਕੋਈ ਨਾ ਲੱਗੀ। 4-5 ਦਿਨ ਪਿਆ ਐਵੇਂ ਬੀਤ ਗਏ, ਤਾਂ ਨਾ ਅੰਨ ਨਾ ਜਲ ਛਕਿਆ। ਤੇ ਜਦੋਂ ਨੌ ਸੱਸ ਨੂੰ ਕਹਿਣ ਲੱਗੀ ਕਿ ਮਾਂ ਜੀ ਕੋਈ ਉਪਾਅ ਕਰੋ, ਫਿਰ ਮਾਤਾ ਨੇ ਦੈਵੀ ਬਾਲਕ ਨੂੰ ਸਮਝਾਇਆ ਕਿ ਐਤਕੀ ਇਹ ਵੀ ਆਖ ਉਸਨੂੰ ਕਿ ਤੂੰ ਕੰਮ ਚਾਹੇ ਕੋਈ ਨਾ ਕਰ, ਪਰ ਦਿਲਗੀਰੀ ਛੱਡ, ਉੱਠ ਤੁਰ ਖਾ ਪੀ। ਗੁਰੂ ਨਾਨਕ ਸਾਹਿਬ ਦੀ ਮਾਤਾ ਨੇ ਕਹਿ ਦਿੱਤਾ, ਮਾਤਾ ਤ੍ਰਿਪਤਾ ਜੀ ਨੇ, ਕਿ ਠੀਕ ਹੈ ਤੂੰ ਨਹੀਂ ਕੋਈ ਕੁਝ ਕਰਨਾ ਪੁੱਤਰ ਨਾ ਕਰ, ਪਰ ਤੂੰ ਹੱਸ ਖੇਡ ਸਾਰਿਆਂ ਦੇ ਨਾਲ, ਗੱਲਬਾਤ ਕਰ। ਹੁਣ ਆਪ ਫਿਰ ਕੁਝ ਵਿਕਾਸ ਵਿੱਚ ਆ ਗਏ ਗੁਰੂ ਨਾਨਕ ਸਾਹਿਬ। ਕੁਛ ਦਿਨ ਰੱਤਾ ਉਹਨਾਂ ਨੇ ਖਿੜੇ ਰਹਿ ਕੇ ਮਹਿਤਾ ਕਾਲੂ ਦੇ ਨੇ ਫਿਰ ਗੱਲ ਛੇੜੀ ਕਿ ਬੇਟਾ ਜੀ ਤੁਸੀਂ ਖੇਤੀ ਦਾ ਕੰਮ ਸੰਭਾਲੋ, ਕਾਮੇ ਰੱਖ ਦਿੰਦੇ ਤੁਹਾਨੂੰ, ਆਪਣੀ ਜ਼ਮੀਨ ਆ ਤੇ ਵਾਹੀ ਕਰੋ, ਕੰਮ ਥੋੜਾ ਨਿਗਰਾਨੀ ਦਾ ਹੋਏਗਾ, ਬਾਕੀ ਕੰਮ ਆਪੇ ਕਾਮੇ ਕਰਨਗੇ, ਤੁਸੀਂ ਬਸ ਲਾਗੇ ਧਿਆਨ ਹੀ ਦੇਣਾ। ਤੇ ਤੁਸੀਂ ਪੁੱਤਰ ਪਰਿਵਾਰ ਵਾਲੇ ਹੋ ਗਏ ਹੋ ਤੇ ਕੁਛ ਕਰੋਗੇ ਤਾਂ ਹੀ ਅੱਗੋਂ ਆਉਣ ਵਾਲਾ ਜੀ ਜੰਤ ਪਾਲੋਗੇ, ਤੇ ਤੁਹਾਡੀ ਪੱਤ ਆਬਰੂ ਫੇਰ ਹੀ ਬਣੇਗੀ। ਤੇ ਪੁੱਤਰ ਬੜਾ ਜ਼ਰੂਰੀ ਹੈ ਮਾਇਆ ਕੱਟਣਾ।
खेती नूं चित ला के करे तां जे ना करे, जे तेरा खेती नूं चित नहीं करता ते तैनूं हट्टी पा दिंदे आ, दुकान पा दिंदे आ। ते हट नूं जे चित नहीं करता, जे तेरा दुकान चलाउण नूं चित नहीं करता, फिर तैनूं सौदागर बना दिंदे आ, सौदा लै दिंदे आ ते तूं ਉਹਨੂੰ ਵੇਚ ਆਇਆ ਕਰ। ਘੋੜੇ ਲੈ ਦਿੰਦੇ ਆ, ਦੇਸ਼ਾਂ ਪ੍ਰਦੇਸ਼ਾਂ 'ਚ ਜਾ, ਖਰੀਦ ਵੇਚ, ਜੋ ਮਰਜ਼ੀ ਕਰ। ਜੇ ਕਿਸੇ ਗੱਲੇ ਚਿੱਤ ਨਹੀਂ ਲੱਗੇ ਤਾਂ ਫਿਰ ਕਿਸੇ ਦੇਸ਼ ਪ੍ਰਦੇਸ਼ ਦੀ ਨੌਕਰੀ ਕਰ ਲਾ ਜਾ ਕੇ। ਜੇ ਤੇਰਾ ਹੋਰ ਕਿਤੇ ਨਹੀਂ ਦਿਲ ਕਰਦਾ ਤੂੰ ਨੌਕਰੀ ਕਰ ਲੈ। ਜੇ ਤੁਸੀਂ ਵਿਹਲੇ ਰਹੇ ਤਾਂ ਲੋਕ ਮਖੱਟੂ ਕਹਿਣਗੇ, ਵਿਹਲਾ ਕਹਿਣਗੇ, ਸਾਧ ਹੋ ਕੇ ਤੁਰ ਗਏ, ਤਾਂ ਅਸੀਂ ਕਿਸ ਆਸਰੇ ਜੀਵਾਂਗੇ ਜੇ ਤੁਸੀਂ ਸਾਧ ਬਣ ਕੇ ਚੱਲ ਪਏ। ਲੋਕੀ ਫਿਰ ਵੱਖਰੇ ਸਾਨੂੰ ਮਿਹਣੇ ਮਾਰਨਗੇ ਪੁੱਤਰ ਜੀ। ਤੇ ਜਦੋਂ ਗੁਰੂ ਨਾਨਕ ਸਤਿਗੁਰਾਂ ਨੇ ਆਖਿਆ ਪਿਤਾ ਜੀ ਹੁਣ ਖੇਤੀ ਦਾ ਕੰਮ ਹੋ ਰਿਹਾ ਹੈ, ਸੋਹਣੀ ਜੰਮ ਪਈ ਹੈ, ਨਿਰੰਕਾਰ ਪਕਾਵੇਗਾ, ਹੱਟ ਵੀ ਖੋਲ ਲਈ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਖੇਤੀ ਵੀ ਕਰਦਾ ਪਿਆ ਤੇ ਮੈਂ ਦੁਕਾਨ ਵੀ ਖੋਲ ਲਈ ਹੈ ਤੇ ਨਿਰੰਕਾਰ ਨਫੇਵੰਦ ਕਰੇਗਾ, ਮੇਰੀ ਦੁਕਾਨ ਦੇ ਵਿੱਚ ਨਫਾ ਪਵੇਗਾ ਤੇ ਮੈਂ ਸੌਦਾਗਰੀ ਵੀ ਲੈ ਲਈ ਹੈ ਤੇ ਸੌਦਾਗਰੀ ਲੈ ਕੇ ਤੁਰ ਵੀ ਪਿਆ ਹਾਂ ਤੇ ਨਿਰੰਕਾਰ ਲਾਏ ਦਾ ਮੂੰਹ ਦਿਖਾਵਾਂਗਾ, ਉਹ ਲਾਹਾ ਲੈ ਕੇ ਖੱਟਾਂਗਾ ਤੇ ਨਿਰੰਕਾਰ ਨੂੰ ਮੈਂ ਆਪਣਾ ਮੂੰਹ ਦਿਖਾਵਾਂਗਾ। ਤੇ ਕਹਿੰਦੇ ਮੈਂ ਨੌਕਰੀ ਵੀ ਕਰ ਲਈ ਹੈ, ਚਾਕਰੀ ਵੀ ਕਰ ਲਈ ਹੈ ਤੇ ਹੁਣ ਮਾਲਕ ਦਾ ਬਣ ਕੇ ਰਹਿ ਜਾਵਾਂਗਾ। ਬੜੇ ਅਚਰਜ ਹੋਏ, ਹੈਰਾਨ ਹੋ ਗਏ ਮਹਿਤਾ ਕਾਲੂ ਜੀ ਤੇ ਪੁੱਛਿਆ ਪੁੱਤਰ ਇਹ ਕਿਹੋ ਜਿਹੀ ਚਾਕਰੀ ਤੇਰੀ ਹੋਈ, ਤੂੰ ਕਿੱਥੇ ਕਿਹੜੀ ਦੁਕਾਨ ਪਾਈ ਆ, ਤੂੰ ਕਿਹੜੀ ਸੌਦਾਗਰੀ ਕਰਦਾ, ਕਿਹੜੀ ਖੇਤੀਬਾੜੀ ਕਰਦਾ, ਮੈਨੂੰ ਵੀ ਦੱਸ ਥੋੜਾ ਜਿਹਾ। ਤੇ ਗੁਰੂ ਨਾਨਕ ਸਾਹਿਬ ਨੇ ਫਿਰ ਸ਼ਬਦ ਉਚਾਰਨ ਕੀਤਾ, ਸਾਧ ਸੰਗਤ ਆਪਾਂ ਉਹ ਸ਼ਬਦ ਪੜ੍ਹਦੇ ਹਾਂ। ਸਤਿਗੁਰੂ ਜੀ ਨੇ ਉਚਾਰਨ ਕੀਤਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਉ ਕਰਮ ਘਰ ਜਮਸੀ, ਸੇ ਘਰ ਭਾਗਟ ਦੇਖ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੁਝੇ ਕੋਈ ਰਹਾਉ। ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡਸਾਲ, ਤਿਸ ਵਿੱਚ ਤਿਸ ਨੂੰ ਰੱਖ। ਵਣਜਾਰਿਆ ਸੋ ਵਣਜ ਕਰ ਲੈ, ਲਾਹਾ ਮਨ ਹਸ, ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ। ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੇ ਕੱਲ, ਨਿਰੰਕਾਰ ਕਾ ਦੇਸ ਜਾਹੇ, ਤਾਂ ਸੁਖ ਲਏ ਮਹਲ। ਲਾਏ ਚਿਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦੀਆ ਕਰ ਧਾਵਨੀ, ਤਾਕੋ ਆਖੇ ਧਨ, ਨਾਨਕ ਵੇਖੇ ਨਦਰ ਕਰ, ਚੜ੍ਹੇ ਚਵਗਣ ਵੰਨ। ਇਹ ਸੱਦ ਸੁਣਾ ਕੇ ਗੁਰੂ ਸਾਹਿਬ ਨੇ ਇਹ ਸ਼ਬਦ ਸੁਣਾ ਕੇ ਸਹਿਜ ਨਾਲ ਗੁਰੂ ਜੀ ਨੇ ਪਿਤਾ ਨੇ ਜੋਗ ਵਾਕ ਇਹ ਕਹੇ ਕਿ ਪਿਤਾ ਜੀ ਸਾਡੀ ਜਿਹੜੀ ਖੇਤੀ ਹੈ ਨਾ ਉਹ ਖਰੀ ਜੰਮੀ ਹੈ। ਅਸਾਂ ਇਸ ਖੇਤੀ ਦਾ ਇੰਨਾ ਆਸਰਾ ਹੈ ਕਿ ਹਾਸਲ ਦੀਵਾਨ ਕਾ ਸਭ ਉਤਰੇਗਾ, ਤਲਬ ਕੋਈ ਨਾ ਕਰੇਗਾ। ਪੁੱਤਰ ਧੀਆਂ ਸੁਖਾਲੇ ਹੋਣਗੇ, ਫਕੀਰ ਭਰਾਓ ਭਾਈ ਸਭ ਕੋਈ ਵਰਸੇਗਾ। ਜਿਸ ਸਾਹਿਬ ਦਾ ਮੈਂ ਕਿਰਸਾਣੀ ਵਾਹੀ ਹੈ ਉਹ ਮੇਰਾ ਖਸਮਾਨਾ ਕਰਦਾ ਹੈ, ਮੇਰੀ ਰੱਖਿਆ ਕਰਦਾ ਹੈ। ਜਿਸ ਦਿਨ ਉਹਦੇ ਨਾਲ ਬਣ ਆਈ ਹੈ ਉਸ ਦਿਨ ਦਾ ਬਹੁਤ ਖੁਸ਼ ਰਹਿੰਦਾ ਹਾਂ। ਜੋ ਕੁਛ ਮੰਗਦਾ ਉਹ ਦਿੰਦਾ ਹੈ ਪਿਤਾ ਜੀ। ਅਸਾਂ ਏਡਾ ਵੱਡਾ ਸਾਹਿਬ ਟੋਲ ਲੱਦਾ ਹੈ ਜੋ ਸੌਦਾਗਰ ਵੀ ਹੈ ਤੇ ਚਾਕਰੀ ਹੱਟ ਪੱਟਣ ਸਾਰਾ ਕੁਝ ਸੌਂਪ ਛੱਡਿਆ ਉਹਨੇ ਸਾਨੂੰ। ਤਦੋਂ ਮਹਿਤਾ ਕਾਲੂ ਜੀ ਹੈਰਾਨ ਹੋਏ ਤੇ ਉਹਨਾਂ ਆਖਿਆ ਕਿ ਤੇਰਾ ਸਾਹਿਬ ਅਸਾਂ ਡਿੱਠਾ ਸੁਣਿਆ ਕਿਛ ਨਹੀਂ। ਤਬ ਗੁਰੂ ਬਾਬੇ ਨਾਨਕ ਜੀ ਨੇ ਆਖਿਆ ਕਿ ਮੇਰਾ ਸਾਹਿਬ ਡਿੱਠਾ ਹੈ ਤਿੰਨਾ ਸਲਾਇਆ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਲਾਇਆ ਉਹਨਾਂ ਡਿੱਠਾ ਹੈ। ਤਦੋਂ ਗੁਰੂ ਨਾਨਕ ਸਾਹਿਬ ਨੇ ਫਿਰ ਸ਼ਬਦ ਉਚਾਰਨ ਕੀਤਾ, ਸੁਨ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ। ਸਭ ਸੁਰਤੀ ਮੈਂ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦੋਂ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਫਿਰ ਮਹਿਤਾ ਕਾਲੂ ਜੀ ਨੇ ਕਿਹਾ ਕਿ ਇਹ ਗੱਲਾਂ ਛੱਡ, ਲੋਕਾਂ ਦਾ ਮਾਰਗ ਪਕੜ। ਕਿਰਤ ਬਿਨਾ ਜੀਵਨ ਥੋੜਾ ਹੈ ਕਿਰਤ ਤੋਂ ਬਿਨਾ। ਤਾਂ ਮੈਂ ਫੇਰ ਬਾਬਾ ਨਾਨਕ ਜੀ ਚੁੱਪ ਕਰ ਗਏ। ਬਾਬਾ ਕਾਲੂ ਜਾਏ ਕਿਰਤ ਆਪਣੇ ਕੰਮ ਚ ਲੱਗਾ ਤੇ ਕਹਿੰਦਾ ਹੈ ਕਿ ਇਹ ਸਾਡੇ ਕੰਮੋਂ ਕਾਜੋਂ ਗਿਆ ਸਮਝੋ।
ਪਰ ਬਾਹਰ ਖੇਤੀ ਉਜੜੇ ਨਹੀਂ। ਜਦ ਮਾਤਾ ਆਈ ਤੇ ਆਏ ਲੱਗੀ ਉਪਦੇਸ਼ਨ। ਉਪਦੇਸ਼ ਦਿੱਤਾ ਹੈ ਮਾਤਾ ਨੇ ਤੇ ਆਖਿਆ, ਬੇਟਾ ਤੂੰ 4 ਦਿਨ ਨਾਮ ਵਿਸਾਰ ਦੇ, 4 ਦਿਨ ਛੱਡ ਦੇ ਨਾਮ ਜਪਣਾ। ਤੇ ਉੱਠੀ ਖੜਾ ਹੋ, ਕੱਪੜੇ ਲਾਏ, ਗਲੀ ਕੂਚੇ ਵਿੱਚ ਫਿਰ ਕੇ ਲੋਕਾਂ ਦਾ ਵਿਸਾਹ ਹੋਵੇ ਤਾਂ ਕੋਈ ਆਖੇ ਜੋ ਕਾਲੂ ਦਾ ਪੁੱਤਰ ਚੰਗਾ ਹੋਆ। ਤਬ ਗੁਰੂ ਨਾਨਕ ਸਾਹਿਬ ਨੇ ਫਿਰ ਸ਼ਬਦ ਉਚਾਰਨ ਕੀਤਾ ਕਿ ਜਦੋਂ ਮਾਤਾ ਜੀ ਨੇ ਆਖਿਆ ਪੁੱਤਰ ਨਾਮ ਛੱਡ ਦੇ ਤੇ ਗਲੀ ਦੇ ਵਿੱਚ ਘੁੰਮ ਫਿਰ ਪਤਾ ਲੱਗੇ ਲੋਕਾਂ ਨੂੰ ਕਿ ਕਾਲੂ ਦਾ ਪੁੱਤਰ ਚੰਗਾ ਭਲਾ, ਇਹਨੂੰ ਕੁਛ ਨਹੀਂ ਹੋਇਆ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਆਖਾਂ ਜੀਵਾਂ ਬਿਸਤਰੇ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਤਿਤ ਭੁਖੈ ਖਾਏ ਚਲੀਐ ਦੁਖ, ਸੋ ਕਿਉ ਵਿਸਰੈ ਮੇਰੀ ਮਾਏ। ਮਾਤਾ ਜੀ ਉਹ ਕਿਉਂ ਵਿਸਰੇ? ਸਾਚਾ ਸਾਹਿਬ ਸਾਚੇ ਨਾਏ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਹੋ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣੀ ਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋਇ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਕਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਵੇ ਬਾਸ ਨਾਥ। ਤਦੋਂ ਮਾਤਾ ਉੱਠ ਗਈ ਤੇ ਜਾਏ ਖਬਰ ਕੀਤੀ ਪਰਿਵਾਰ ਵਿੱਚ। ਤਦੋਂ ਸਾਰਾ ਪਰਿਵਾਰ, 7 ਕੁਟੁੰਬ ਬੇਦੀਆਂ ਦਾ ਸਾਰਾ ਲੱਗਾ ਝੂਰਨ। ਆਖਣ ਲੱਗੇ ਜੋ ਵੱਡਾ ਹੈਫ ਹੋਇਆ, ਜੋ ਕਾਲੂ ਦਾ ਪੁੱਤਰ ਦੀਵਾਨਾ ਹੋ ਗਿਆ, ਪਾਗਲ ਹੋ ਗਿਆ। ਸਾਰੇ ਕਹਿਣ ਲੱਗ ਪਏ, ਪਰਿਵਾਰ ਵਾਲੇ ਵੀ, ਬੇਦੀ ਕੁੱਲ ਵਾਲੇ ਵੀ, ਗੁਰੂ ਨਾਨਕ ਸਾਹਿਬ ਨੂੰ ਕਿ ਇਹ ਤੇ ਪਾਗਲ ਹੋ ਗਿਆ, ਦੀਵਾਨਾ ਹੋ ਗਿਆ। ਫਿਰ ਉਸ ਤੋਂ ਬਾਅਦ ਹੁਣ ਪਰਿਵਾਰ ਦੇ ਲੋਕੀ ਆ ਕੇ ਲੱਗੇ ਗੁਰੂ ਨਾਨਕ ਸਾਹਿਬ ਨੂੰ ਸਮਝਾਉਣ। ਉਹਨਾਂ ਦੇ ਚਾਚਾ ਲਾਲੂ ਜਿਹੜੇ ਸਨ, ਬਹੁਤ ਹੀ ਮੱਤਾਂ ਦਿੱਤੀਆਂ। ਆਖਿਆ ਕਿ ਤੂੰ ਪਰਿਵਾਰ ਦੇ ਦੱਸੇ ਕੀਤੇ ਕੰਮ ਤੇ ਖੁਸ਼ੀ ਨਹੀਂ ਹੋਇਆ, ਹੋਰ ਕੋਈ ਨਾ ਟੁਰ ਫਿਰ, ਖਾ ਪੀ, ਨਾ ਕਰ ਕੁਝ ਨਹੀਂ ਕਰਨਾ ਤੇ ਰਾਜੀ ਖੁਸ਼ੀ ਦੱਸ, ਸਾਰਿਆਂ ਨਾਲ ਗੱਲਾਂ ਬਾਤਾਂ ਕਰ। ਲੋਕੀ ਤੈਨੂੰ ਬਾਵਲਾ ਆਖਣ ਲੱਗ ਪਏ, ਨਾਨਕ ਤੂੰ ਏਦਾਂ ਕਿਉਂ ਕਰਦਾ ਹੈ? ਤੈਨੂੰ ਤੇ ਲੋਕੀ ਬਾਵਲਾ ਕਹਿਣ ਲੱਗ ਪਏ ਆ, ਪਾਗਲ ਕਹਿਣ ਲੱਗ ਪਏ ਆ, ਤੂੰ ਗੱਲਾਂ ਬਾਤਾਂ ਕਰਿਆ ਕਰ ਸਾਰਿਆਂ ਨਾਲ। ਸਾਰੀਆਂ ਸੁਣੀਆਂ ਗੁਰੂ ਨਾਨਕ ਸਾਹਿਬ ਨੇ, ਪਰ ਰੰਗ ਰਤਨੇ ਨੇ ਕੋਈ ਉੱਤਰ ਨਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਕੋਈ ਉੱਤਰ ਨਹੀਂ ਦਿੱਤਾ। ਇਸ ਤੋਂ ਮਗਰੋਂ ਕਈ ਦਿਨ ਗੁਰੂ ਨਾਨਕ ਸਾਹਿਬ ਨਾ ਉੱਠੇ, ਨਾ ਕੁਝ ਖਾਧਾ, ਨਾ ਕੁਝ ਪੀਤਾ। ਫਿਰ ਟੱਬਰ ਨੇ ਸਮਝਿਆ ਕਿ ਮਤੇ ਕੋਈ ਰੋਗ ਨਾ ਲੱਗ ਗਿਆ ਹੋਵੇ, ਇਹਦੇ ਵੱਸ ਵੀ ਨਾ ਹੋਵੇ ਤੇ ਉਦਮ ਤੇ ਉਸਰੇਗੀ, ਕੰਮ ਵਾਸਤੇ ਸਾਹਸ। ਇਹ ਜੋ 3 ਮਹੀਨੇ ਹੋ ਗਏ ਆ ਇਸੇ ਤਰ੍ਹਾਂ ਪਿਆ ਆ, ਇਹ ਕੀ ਜਾਣਦਾ ਕੋਈ ਔਰ ਹੀ ਹੋਵੇ, ਕੋਈ ਇਹਨੂੰ ਕੋਈ ਬਿਮਾਰੀ ਲੱਗ ਗਈ ਹੋਵੇ ਨਾਨਕ ਨੂੰ। ਇਹੋ ਇਹਨਾਂ ਦੇ ਮਨ ਚ ਆਈ ਪਰਿਵਾਰ ਵਾਲਿਆਂ ਦੇ। ਫਿਰ ਮਹਿਤਾ ਕਾਲੂ ਨੇ ਵੈਦ ਨੂੰ ਸੱਦਿਆ ਤੇ ਵੈਦ ਨੇ ਆ ਕੇ ਬਾਂਹ ਦੀ ਨਾੜ ਵੇਖਣ ਲੱਗਾ ਤੇ ਤਦ ਆਪ ਨੇ ਬਾਂਹ ਖਿੱਚ ਲਈ ਤੇ ਪੈਰ ਇਕੱਠੇ ਕਰਕੇ ਉੱਠ ਬੈਠੇ ਤੇ ਪੁੱਛਣ ਲੱਗੇ, ਤੂੰ ਕੀ ਕਰਦਾ? ਤੇ ਵੈਦ ਨੇ ਕਿਹਾ, ਤੂੰ ਸਾਡੇ ਰੋਗ ਦੀ ਪਛਾਣ ਕਰਨ ਲੱਗਾ। ਤੇ ਤਦ ਰੰਗ ਰਤਨੇ ਗੁਰੂ ਨਾਨਕ ਸਾਹਿਬ ਜੀ ਮੁਸਕਰਾਏ ਤੇ ਆਪਣੇ ਬੁੱਲਾਂ ਚ ਮੁਸਕਰਾਏ ਤੇ ਬੋਲੇ, ਵੈਦ ਬੁਲਾਇਆ ਵੈਦ ਕੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਏ। ਫਿਰ ਵੈਦ ਨੇ ਕਿਹਾ ਕਿ ਹੇ ਨਾਨਕ, ਜੇ ਕਲੇਜੇ ਦੀ ਪੀੜ ਹੈ ਤੇ ਤੈਨੂੰ ਮੈਨੂੰ ਦੇਖ ਲੈਣ ਦੇ, ਐਸਾ ਦਾਰੂ ਦਿਆਂਗਾ ਜੋ ਰਾਜੀ ਥਾਵੇਂ ਤੂੰ ਠੀਕ ਹੋ ਜਾਵੇਂਗਾ। ਜੇ ਤੇਰੇ ਕਲੇਜੇ 'ਚ ਪੀੜ ਆ ਨਾ, ਗੁਰੂ ਸਾਹਿਬ ਨੇ ਕਿਹਾ ਵੈਦ ਬੁਲਾਇਆ ਵੈਦ ਕੀ, ਪਕੜ ਢੰਡੋਲੇ ਮਾਂ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਂ। ਮਹਾਰਾਜ ਨੇ ਕਿਹਾ ਕਲੇਜੇ 'ਚ ਮੇਰੇ ਦਰਦ ਹੈ। ਤੇ ਉਹ ਕਹਿੰਦਾ ਮੈਂ ਦੇਖਦਾ ਤੇਰੇ ਕਿੱਥੇ ਦਰਦ ਹੈ, ਕਾਲਜੇ 'ਚ, ਮੈਨੂੰ ਚੈੱਕ ਕਰ ਲੈਣ ਦੇ। ਤੇ ਗੁਰੂ ਨਾਨਕ ਸਾਹਿਬ ਫਿਰ ਬੋਲੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵੈਦ ਨਾ ਭੋਲੇ ਦਾਰੂ ਲਾਏ, ਦਰਦ ਹੋਵੇ ਦੁੱਖ ਰਹਿ ਸਰੀਰ, ਖਸਮ ਵਿਸਾਰ ਐਸਾ ਦਾਰੂ ਲੱਗੇ ਨਾ ਬੀਰ ਰਹਾਓ। ਖਸਮ ਵਿਸਾਰ ਕੀਏ ਰਸ ਭੋਗ, ਤਾ ਤਨ ਉੱਠ ਕਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਚੰਦਨ ਕਾ ਫਲ ਚੰਦਨ ਵਾਸ, ਮਾਨਸ ਕਾ ਫਲ ਘਟ ਮੈਂ ਸਾਸ, ਸਾਸ ਗਇਆ ਕਾਇਆ ਢਲ ਪਾਏ, ਤਾਕੇ ਪਾਛੇ ਕੋਏ ਨਾ ਖਾਏ। ਕੰਚਨ ਕਾਇਆ ਨਿਰਮਲ ਹੰਸ, ਜਿਸਮੈ ਨਾਮ ਨਿਰੰਜਨ ਅੰਸ, ਦੁਖ ਰੋਗ ਸਭ ਗਿਆ ਗਵਾਏ, ਨਾਨਕ ਛੂਟ ਸਾਚੇ ਨਾਏ। ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ। ਫਿਰ ਜਿਹੜਾ ਵੈਦ ਸੀ ਉਹ ਟਿੰਬਰ ਗਿਆ ਤੇ ਸੋਚੀ ਪੈ ਗਿਆ ਵੀ ਇਹ ਕਿਹੋ ਜਿਹੀ ਗੱਲ ਹੋਈ। ਵਿਚਾਰ ਕਰਕੇ ਕਿ ਇਹ ਰੋਗੀ ਨਹੀਂ ਆ, ਇਹ ਤੇ ਕਿਸੇ ਅੱਛੇ ਰੰਗ ਦੇ ਵਿੱਚ ਆ। ਹੌਲੇ ਜੇ ਕਹਿਣ ਲੱਗਾ ਕਿ ਦਾਰੂ ਦੀ ਇੱਥੇ ਪਾਈ ਕੋਈ ਲੋੜ ਨਹੀਂ ਜਾਪਦੀ ਮੈਨੂੰ।
ਹੌਲੀ ਜਿਹੀ ਉਹਨੇ ਕਿਹਾ ਹੈ, ਕੋਈ ਜੱਗ ਕੋਈ ਹੋਮ ਪੂਜਾ ਪਾਠ ਕਰਾਓ ਜੋ ਸੁਰਤ ਸੰਭਾਲੇ। ਫਿਰ ਜੇ ਕੋਈ ਸਰੀਰ ਦੀ ਔਰ ਹੋਈ ਤਾਂ ਕੋਈ ਮਾਰੀ ਕੋਈ ਔਕਦੀ ਦਿਆਂਗਾ, ਜੋ ਕੱਖ ਜਿੰਨੀ ਦਿੱਤਿਆ ਸਰੀਰ ਸੁਰਤ ਫੜ ਪਵੇਗਾ। ਇਹ ਜਗਦਾਤੇ ਨੇ ਸੁਣ ਕੇ ਵੈਦ ਦੇ ਵੱਲ ਇੱਕ ਤਰਸ ਭਰੀ ਨਿਗਾਹ ਦੇ ਨਾਲ ਦੇਖਿਆ ਤੇ ਉਪਦੇਸ਼ ਵਾਲੀ ਮਾਂ ਦੇ ਵਕਾਰ ਵਾਲੀ ਤੇ ਪਿਤਾ ਦੇ ਸਵਾਰਨ ਵਾਲੀ ਦਾਤ ਵਾਲੀ ਝਿੜਕ ਭਰੀ ਨਜ਼ਰ ਨਾਲ ਤੱਕ ਕੇ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਫਿਰ ਸ਼ਬਦ ਉਚਾਰਨ ਕੀਤਾ ਹੈ। ਵੈਦ ਦੇ ਵੱਲ ਦੇਖ ਕੇ ਸ਼ਬਦ ਸੀ, ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਨ ਹੱਥ ਦਾਨ, ਨਿਤ ਨਿਤ ਲੇਹੋ ਨ ਸੀਜੈ ਦੇ, ਅੰਤ ਕਾਲ ਕਮ ਮਾਰੇ ਠੇ, ਐਸਾ ਦਾਰੂ ਖਾਏ ਗਵਾਰ, ਜਿਤ ਖਾਦੇ ਤੇਰੇ ਜਾਏ ਵਿਕਾਰ ਰਹਾਓ, ਰਾਜ ਮਾਲ ਜੋਬਨ ਸਭ ਛਾਵ, ਰਥ ਫਿਰੰਦੇ ਦੀਸੈ ਥਾਵ, ਦੇ ਨਾ ਨਾਉ ਨਾ ਹੋਵੈ ਜਾਤ, ਉਥੇ ਦੇਹੋ ਐਥੇ ਸਭ ਰਾਤ, ਸਾਧ ਕਰ ਸਮਧਾ ਤਿਸਨਾ ਘਿਓ ਤੇਲ, ਕਾਮ ਕ੍ਰੋਧ ਅਗਨੀ ਸੋ ਮੇਲ, ਹੋਮ ਜਗ ਅਰ ਪਾਠ ਪੁਰਾਨ, ਜੋ ਤਿਸ ਭਾਵੈ ਸੋ ਪ੍ਰਮਾਣ, ਤਪ ਕਾਗਦ ਤੇਰਾ ਨਾਮ ਤਪ ਕਾਗਦ ਤੇਰਾ ਨਾਮ ਨਿਸ਼ਾਨ, ਜਿਨ ਕੋ ਲਿਖਿਆ ਇਹੋ ਨਿਧਾਨ, ਸੇ ਧਨਵੰਤ ਦਿਸੈ ਕਰ ਜਾਏ, ਨਾਨਕ ਜਨਨੀ ਧੰਨੀ ਮਾਏ। ਤਦੋਂ ਫਿਰ ਵੈਦ ਜਿਹੜਾ ਸੀ ਉਹ ਡਰ ਕੇ ਪਿੱਛੇ ਹਟ ਗਿਆ। ਉਹਨੇ ਨੈਣ ਮੁੰਦ ਲਏ, ਨੈਣ ਮੁੰਦ ਗਏ, ਅੰਜੂ ਉਹਦੇ ਅੱਖਾਂ 'ਚ ਭਰ ਆਏ ਤੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਕਿਹਾ, ਅਬ ਮੁਝ ਪਰ ਇਹ ਕਰਨਾ ਕੀਏ, ਮਨ ਕੇ ਰੋਗ ਸਗਲ ਪਹਿਰਈਏ, ਸ੍ਰੀ ਗੁਰ ਕਹਿਓ ਕਰੋ ਸਤ ਸੰਗਾ, ਦਿਨ ਥੋਰਨ ਮੈਂ ਹੋਵੈ ਪੰਗਾ। ਗੁਰੂ ਨਾਨਕ ਸਾਹਿਬ ਨੇ ਉਹ ਵੈਦ ਜਿਹੜਾ ਮਹਾਰਾਜ ਦੀ ਬਿਮਾਰੀ ਫੜਨ ਆਇਆ ਸੀ, ਉਹ ਆਪਣਾ ਰੋਗ ਗਵਾ ਕੇ ਚਲਾ ਗਿਆ। ਗੁਰੂ ਨਾਨਕ ਸਾਹਿਬ ਜੀ ਕੋਲੋਂ ਨਮਸਕਾਰ ਕਰਕੇ ਆਪਣਾ ਰੋਗ ਗਵਾ ਕੇ ਵੈਦ ਚਲਾ ਗਿਆ ਤੇ ਉਹ ਨਮਸਕਾਰ ਕਰਕੇ ਵਿਦਾ ਹੋਇਆ। ਪਰਿਵਾਰ ਨੂੰ ਕਿਹਾ ਕਿ ਤੇ ਭਾਈ ਮਹਾਂਪੁਰਖਾਂ ਰੋਗੀ ਨਹੀਂ ਹਨ, ਚਿੰਤਾ ਨਾ ਕਰੋ। ਇਸੇ ਰੰਗ ਦੇ ਵਿੱਚ ਇੱਕ ਦਿਨ ਤਿੰਨ ਪੰਡਤ ਦਰਸ਼ਨਾਂ ਨੂੰ ਆਏ ਤੇ ਆ ਕੇ ਨਮਸਕਾਰ ਕੀਤੀ। ਆਪਣੇ ਸ਼ਰਧਾ ਭਰੇ ਵਾਕਾਂ ਦੇ ਅਖੀਰ ਦੇ ਵਿੱਚ ਸਮਝਾਇਆ ਕਿ ਮਾਤਾ ਪਿਤਾ ਦੁਖੀ ਹਨ, ਤੁਸੀਂ ਉੱਠੋ ਉਹਨਾਂ ਨੂੰ ਸੁਖੀ ਕਰੋ। ਤਦੋਂ ਆਪ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਨੇ ਅਰਸ਼ਾਂ ਵੱਲ ਉੱਠਿਆ, ਕੋਈ ਅਚਰਜ ਭਾਵ ਅੰਦਰੋਂ ਲੰਘੇ ਤੇ ਫਿਰ ਨੈਣ ਮੁੰਦ ਗਏ, ਫਿਰ ਉੱਠੇ। ਤਦ ਉਹ ਭਾਵ ਫਿਰ ਸ਼ਬਦਾਂ ਦਾ ਰੂਪ ਲੈ ਕੇ ਅੰਦਰੋਂ ਬਾਹਰ ਆਇਆ ਤੇ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਹੈ ਸ਼ਬਦ, ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਊ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕਹੀ ਨਾ ਜਾਣੀ ਔਗਣ ਮੇਰੇ ਰਹਾਓ, केते रुख बिरख हम चीने, केते पशु पाए, केते नाकुली में आए, केते पंख उड़ाए, हट पटन बिच मंदर भन्ने, कर चोरी कर आवे, अगों देखे पिछों देखे, तुझते कहाँ छुपावे, तट तीरथ हम नवखंड देखी, हट पटन बाजारा, लैके तकड़ी तुन लगा घट ही माए बनजारा, जेता समुंद सागर नीर भरिया, तेते अवगण हमारे, दया करो किश मेरो पावो, डुबदे पत्थर तारे, जीड़ा अगन बराबर तपै, भीतर वगै काती, प्रणवत नानक हुकम पछाणै, सुख होवै दिन राती, सुख होवै दिन राती। ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਪੰਡਤਾਂ ਨੂੰ, ਇਹ ਜਿਹੜੇ ਤਿੰਨ ਪੰਡਤ ਆਏ ਸਨ, ਉਹਨਾਂ ਨੂੰ ਇਹ ਸ਼ਬਦ ਉਚਾਰਨ ਕਰਕੇ ਮਹਾਰਾਜ ਨੇ ਦਿੱਤਾ ਹੈ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਅੱਗੇ ਕਿਵੇਂ ਉਪਦੇਸ਼ ਦਿੰਦੇ ਆ, ਕਿਵੇਂ ਖਰਾ ਸੌਦਾ ਕਰਦੇ ਆ, ਸੱਚਾ ਸੌਦਾ ਕਰਦੇ ਆ। ਉਸ ਖਰੇ ਸੌਦੇ ਵਾਲੀ, ਸੱਚੇ ਸੌਦੇ ਵਾਲੀ ਸਾਖੀ ਆਪਾਂ ਆਉਣ ਵਾਲੇ ਦਿਨਾਂ 'ਚ ਵਾਚਾਂਗੇ। ਸੋ ਇੰਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀਆਂ। ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।